Hello everyone, ਕਿਵੇਂ ਹੋ ਸਾਰੇ? ਹੋਪਫੁਲੀ ਸਾਰੇ ਗੁੱਡ ਹੋਵੋਗੇ। ਸੋ ਅੱਜ ਅਸੀਂ ਅਗੇਨ ਡਿਸਕਸ ਕਰਨ ਲੱਗੇ ਹਾਂ ਇੱਕ ਪ੍ਰੀਵੀਅਸ ਈਅਰ ਕੁਐਸਚਨ ਪੇਪਰ। ਕੁਝ 20 ਕੁ ਕੁਐਸਚਨਸ ਆਪਾਂ ਡਿਸਕਸ ਕਰਾਂਗੇ। ਇਹਦੇ ਵਿੱਚ ਬਹੁਤ ਸਿੰਪਲ ਐਂਡ ਇੰਟਰਸਟਿੰਗ ਕੁਐਸਚਨਸ ਨੇ। ਸਭ ਤੋਂ ਪਹਿਲਾਂ ਅਗਰ ਕੋਈ ਵੀ ਬੱਚਾ ਕਿਸੇ ਵੀ ਤਰ੍ਹਾਂ ਦਾ ਗਵਰਨਮੈਂਟ ਐਗਜ਼ਾਮ ਦੇਣਾ ਚਾਹੁੰਦਾ ਹੈ, ਚਾਹੇ ਬੈਂਕ ਐਸਐਸਸੀ ਹੈ, ਕੋਈ ਵੀ ਪੰਜਾਬ ਐਗਜ਼ਾਮਸ ਹੈ, ਤਾਂ ਉਹ ਗਿਵਨ ਨੰਬਰ ਤੇ ਕਾਲ ਕਰਕੇ ਪੁੱਛ ਸਕਦੇ ਨੇ। ਕਰੀਅਰ ਐਜ ਇੰਸਟੀਟਿਊਟ ਹੈ, ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ, ਛੋਟੀ ਬਾਰਾਦਰੀ। ਐਂਡ ਤੁਹਾਨੂੰ ਬੁੱਕਸ ਪ੍ਰੋਵਾਈਡ ਕੀਤੀਆਂ ਜਾਣਗੀਆਂ, ਟੈਸਟ ਸੀਰੀਜ਼ ਪ੍ਰੋਵਾਈਡ ਕੀਤੀਆਂ ਜਾਣਗੀਆਂ, ਤੁਹਾਡੇ ਸਾਰੇ ਸਬਜੈਕਟਸ ਕਵਰ ਹੋਣਗੇ। ਤੁਸੀਂ ਆਨਲਾਈਨ ਐਂਡ ਆਫਲਾਈਨ ਕਲਾਸ ਵਾਸਤੇ ਵੀ ਆਪਟ ਕਰ ਸਕਦੇ ਹੋ, ਜਿਸ ਤਰ੍ਹਾਂ ਵੀ ਤੁਹਾਨੂੰ ਕੰਫਰਟੇਬਲ ਲੱਗੇ। ਐਂਡ 3 ਡੇਜ਼ ਦਾ ਡੈਮੋ ਕਲਾਸ ਵੀ ਤੁਸੀਂ ਲੈ ਸਕਦੇ ਹੋ। So let's start with our questions. So first question ਹੈਗਾ ਸਾਡਾ, choose the correct sentence out of the 4 choices given that has been correctly recast. ਹੁਣ ਕੀ ਹੈ ਕਿ ਸਾਨੂੰ ਇੱਕ ਸੈਂਟੈਂਸ ਦਿੱਤਾ ਹੋਇਆ, ਉਸ ਰਿਲੇਟਡ ਸਾਨੂੰ ਅਗੇਨ ਇੱਕ 4 ਸੈਂਟੈਂਸਸ ਦਿੱਤੇ ਹੋਏ ਨੇ। ਅਸੀਂ ਕੀ ਕਰਨਾ, ਇਹਨਾਂ ਵਿੱਚੋਂ ਕਰੈਕਟ ਲੱਭਣਾ, ਤਾਂ ਕਿ ਅਸੀਂ ਜਿਹੜਾ ਸਾਨੂੰ ਗ੍ਰਿਡ ਦੇ ਵਿੱਚ ਦਿੱਤਾ ਹੋਇਆ ਉਹਨੂੰ ਅਸੀਂ ਚੇਂਜ ਕਰ ਸਕੀਏ, ਉਹਦੀ ਜਗ੍ਹਾ ਇੱਕ ਕਰੈਕਟ ਆਪਸ਼ਨ ਲਿਖ ਸਕੀਏ ਵੀ ਕੀ ਹੈ। ਸੋ ਉਸ ਵਾਸਤੇ ਅਸੀਂ ਪਹਿਲਾਂ ਆਪਣੇ ਆਪਸ਼ਨਸ ਰੀਡ ਕਰਦੇ ਹਾਂ। ਸੋ ਸਾਡਾ ਫਰਸਟ ਆਪਸ਼ਨ ਹੈਗਾ, as he was condemned to death the scaffold was erected for his execution. This is option A. Option B ਦੇ ਵਿੱਚ ਹੈਗਾ, he being condemned to death the scaffold were erected for his execution. C ਦੇ ਵਿੱਚ ਹੈਗਾ, if he were condemned to death the scaffold will be erected for his execution. And D is, he was condemned to have died the scaffold was erected for his execution. ਹੁਣ ਇਹਦੇ ਵਿੱਚ ਕੁਝ 2 ਵਰਡਸ ਵੋਕੈਬਲਰੀ ਦੇ ਐਸੇ ਹੈ ਜਿਨ੍ਹਾਂ ਦਾ ਸਭ ਤੋਂ ਪਹਿਲਾਂ ਮੀਨਿੰਗ ਸਮਝਣਾ ਜ਼ਰੂਰੀ ਹੈ। ਕੀ ਹੈ? ਪਹਿਲਾ ਹੈਗਾ ਕੰਡੈਮਡ ਤੇ ਦੂਸਰਾ ਹੈਗਾ ਸਕੈਫੋਲਡ। ਹੁਣ ਸਭ ਤੋਂ ਪਹਿਲੀ ਗੱਲ ਹੈ ਕਿ ਕੰਡੈਮਡ ਦਾ ਕੀ ਮਤਲਬ ਹੁੰਦਾ ਹੈ। ਕੰਡੈਮਡ ਦਾ ਬੇਸਿਕ ਮਤਲਬ ਹੁੰਦਾ ਹੈ ਕੋਈ ਵੀ ਪਰਸਨ ਹੈ ਉਹਨੂੰ ਪ੍ਰੋਨਾਊਂਸ ਕਰ ਦੇਣਾ ਗਿਲਟੀ, ਯਾਨੀ ਉਹਨੂੰ ਪਨਿਸ਼ਮੈਂਟ ਸੈਂਟੈਂਸ ਕਰਨਾ, ਉਹਨੂੰ ਪਨਿਸ਼ਮੈਂਟ ਦੇਣਾ। ਸੋ ਉਹ ਕੀ ਹੁੰਦਾ, ਕੰਡੈਮਡ ਹੁੰਦਾ। ਐਂਡ ਸਕੈਫੋਲਡ ਕੀ ਹੁੰਦਾ, ਇੱਕ ਪਲੇਟਫਾਰਮ ਹੁੰਦਾ ਜਿੱਥੇ ਵੀ ਜਿਹੜਾ ਵੀ ਕ੍ਰਿਮੀਨਲ ਹੁੰਦਾ ਉਹਨੂੰ ਪਨਿਸ਼ਮੈਂਟ ਦਿੱਤੀ ਜਾਂਦੀ ਹੈ। ਪੁਰਾਣੇ ਜ਼ਮਾਨੇ 'ਚ ਕੀ ਹੁੰਦਾ ਸੀਗਾ ਵੀ ਚੌਂਕ ਦੇ ਵਿੱਚ ਦਿੰਦੇ ਹੁੰਦੇ ਸੀਗੇ ਤਾਂ ਉਹਨੂੰ ਉਹਦਾ ਸਿਰ ਕਲਮ ਕਰ ਦਿੰਦੇ ਹੁੰਦੇ ਸੀ। ਉਹ ਜਿਹੜਾ ਪਲੇਟਫਾਰਮ ਹੁੰਦਾ ਸੀ ਉਹਨੂੰ ਅਸੀਂ ਸਕੈਫੋਲਡ ਕਹਿੰਦੇ ਸੀਗੇ। ਸੋ ਹੁਣ ਇਹਦੇ ਵਿੱਚ ਸਾਡਾ ਜਿਹੜਾ ਕਰੈਕਟ ਆਨਸਰ ਹੈ ਉਹ ਹੈਗਾ ਆਨਸਰ ਨੰਬਰ A, as he was। ਹੁਣ as ਕੀ ਹੈ, as ਸਾਨੂੰ ਕੀ ਦੱਸਦਾ, ਰੀਜ਼ਨ। ਹੁਣ ਇਹ ਰੀਜ਼ਨ ਦੱਸ ਰਿਹਾ ਕਿ condemned to death ਕਿਉਂਕਿ ਉਹਨੂੰ ਡੈਥ ਪਨਿਸ਼ਮੈਂਟ ਦਿੱਤੀ ਗਈ। the scaffold was erected for his execution, ਮਤਲਬ ਸਕੈਫੋਲਡ ਤਿਆਰ ਕੀਤਾ ਗਿਆ ਉਹਦੀ ਐਗਜ਼ੀਕਿਊਸ਼ਨ ਵਾਸਤੇ। ਸੋ ਇਹਦੇ ਵਿੱਚ ਤੁਹਾਡਾ ਜਿਹੜਾ ਕਰੈਕਟ ਆਨਸਰ ਹੈ ਉਹ ਰਹੇਗਾ ਆਨਸਰ ਨੰਬਰ A, as he was condemned to death the scaffold was erected for his execution. Let's move further to question number B. ਹੁਣ ਕੁਐਸਚਨ B ਦੇ ਵਿੱਚ ਕੀ ਹੈ, ਅਗੇਨ ਸਿਮਿਲਰ ਚੀਜ਼ ਹੈ, ਸੈਂਟੈਂਸ ਦਿੱਤਾ ਹੋਇਆ, ਆਪਾਂ ਸਹੀ ਸੈਂਟੈਂਸ ਇਹਦੇ ਵਿੱਚ ਰੀਡ ਕਰਕੇ ਉਹਨੂੰ ਟਿਕ ਕਰਨਾ ਹੈ। ਸੋ ਬੋਰਨ ਇਨ ਪਟਿਆਲਾ a part of his education was received in ਚੰਡੀਗੜ੍ਹ। A part ਦੇ ਵਿੱਚ ਹੈਗਾ, a part of his education was received in ਚੰਡੀਗੜ੍ਹ, he being born in ਪਟਿਆਲਾ। ਸੋ ਜਿਹੜਾ being use ਅਸੀਂ ਕਰਦੇ ਹਾਂ, being ਅਸੀਂ use ਕਰਦੇ ਹਾਂ, ਇਹ ਅਸੀਂ use ਕਰਦੇ ਹਾਂ continuous form ਲਈ। Born in Patiala, he received a part of his education in Chandigarh. Having been born in Patiala, he would receive a part of his education in Chandigarh. And last ਹੈਗਾ, he was born in Patiala and so he received a part of his education in Chandigarh. ਹੁਣ ਇਹਦੇ ਵਿੱਚ ਜਿਹੜਾ ਤੁਹਾਡਾ correct part ਹੈਗਾ ਉਹ ਹੈਗਾ option number B. B is your right answer. Born in Patiala, he received a part of his education in ਚੰਡੀਗੜ੍ਹ। ਇਹਦੇ ਵਿੱਚ ਕੀ ਕੀਤਾ ਸੀ, ਬੇਸਿਕਲੀ ਤੁਹਾਨੂੰ ਉਲਟਾ ਪੁਲਟਾ ਕਰਕੇ ਦਿੱਤਾ ਹੋਇਆ। ਇਹਦੇ ਵਿੱਚ ਪਾਰਟ ਪਹਿਲਾਂ ਕਰਤਾ, ਰਿਸੀਵ ਬਾਅਦ ਚ ਲਿਖਤਾ। ਹੋਣਾ ਕੀ ਚਾਹੀਦਾ, ਰਿਸੀਵ ਪਹਿਲਾਂ ਹੋਣਾ ਚਾਹੀਦਾ ਤੇ ਪਾਰਟ ਬਾਅਦ ਚ ਹੋਣਾ ਚਾਹੀਦਾ, ਹਿਜ਼ ਐਜੂਕੇਸ਼ਨ ਇਨ ਚੰਡੀਗੜ੍ਹ। ਸੋ ਆਪਸ਼ਨ B ਇਜ਼ ਦਾ ਕਰੈਕਟ ਆਨਸਰ। ਥਰਡ ਦੇ ਵਿੱਚ ਸਿਮਿਲਰ ਚੀਜ਼ ਹੈ, ਅਗੇਨ 4 ਚੋਇਸਿਸ ਨੇ, ਆਪਾਂ ਰੀਕਾਸਟ ਕਰਨਾ ਸੈਂਟੈਂਸ ਨੂੰ, ਕਰੈਕਟ ਚੋਇਸ ਦੇਖਣੀ ਹੈ। ਬੀਇੰਗ ਅ ਵੈਟ ਡੇ I wore my mackintosh। ਇਹਦੇ ਵਿੱਚ
ਹੁਣ ਸਾਨੂੰ ਆਪਸ਼ਨਸ ਦਿੱਤੀਆਂ ਹੋਈਆਂ ਨੇ ਮੈਕਿਨਟੋਸ਼ ਬੇਸਿਕਲੀ ਕੀ ਹੁੰਦਾ ਹੈ ਇੱਕ ਤਰ੍ਹਾਂ ਦਾ ਰੇਨਕੋਟ ਹੀ ਹੁੰਦਾ ਹੈ ਸੋ ਕਿਉਂਕਿ ਇਹ ਵੈਟ ਡੇ ਸੀ ਯਾਨੀ ਮੀਂਹ ਪਿਆ ਹੋਣਾ ਹੁਣ ਇਹਦੇ ਵਿੱਚ ਕੀ ਹੈ ਇਹ ਆਪਸ਼ਨ ਹੈਗਾ although it was a wet day I yet wore my Macintosh despite being a wet day I wore my Macintosh as it was a wet day I wore my Macintosh though it was a wet day I yet wore my Macintosh ਹੁਣ ਐਕਚੁਅਲ ਵਿੱਚ ਸੈਂਟੈਂਸ ਦਾ ਮਤਲਬ ਕੀ ਬਣਦਾ ਹੈ ਕਿਉਂਕਿ ਵੈਟ ਡੇ ਸੀ ਤਾਂ ਕੀ ਕੀਤਾ ਮੈਂ ਆਪਣਾ ਮੈਕਿਨਟੋਸ਼ ਪਾ ਲਿਆ ਹੋਣਾ ਕੀ ਚਾਹੀਦਾ ਮੈਂ ਕਾਰਨ ਦੱਸ ਰਹੀ ਹਾਂ ਆਪਣੇ ਮੈਕਿਨਟੋਸ਼ ਪਾਉਣ ਦਾ ਸੋ ਕਾਰਨ ਵਾਸਤੇ ਅਸੀਂ ਯੂਜ਼ ਕਰਦੇ ਹਾਂ as ਕੀ ਦੱਸਦਾ ਸਾਨੂੰ ਰੀਜ਼ਨ ਸੋ ਤੁਹਾਡਾ ਕਰੈਕਟ ਆਨਸਰ ਰਹੇਗਾ C ਹੁਣ ਜਿਹੜਾ ਵਰਡ although ਹੋ ਗਿਆ despite ਹੋ ਗਿਆ ਜਾਂ though ਹੋ ਗਿਆ ਇਹ ਤੁਹਾਨੂੰ ਕੀ ਸ਼ੋ ਕਰਦੇ ਨੇ ਕੰਟਰਾਸਟ ਪਰ ਇੱਥੇ ਤੱਕ ਕਾਰਨ ਦੱਸਿਆ ਜਾ ਰਿਹਾ ਨਾ ਕਿ ਕੰਟਰਾਸਟ ਸੋ ਜਿਹੜਾ ਤੁਹਾਡਾ ਕਰੈਕਟ ਆਨਸਰ ਹੋਏਗਾ ਉਹ ਰਹੇਗਾ ਆਨਸਰ ਨੰਬਰ C as it was a wet day I wore my Macintosh question 4 ਦੇ ਵਿੱਚ ਕੀ ਹੈ question 4 ਦੇ ਵਿੱਚ ਹੈਗਾ choose a correct meaning of the idiom out of 4 choices given ਹੁਣ ਸਾਨੂੰ ਇੱਕ idiom ਦਿੱਤਾ ਹੈ ਅਸੀਂ ਉਹਦਾ ਤੁਹਾਨੂੰ meaning ਦੱਸਣਾ ਹੈ idiom ਹੈਗਾ to make a pile option A is to make a fortune B is to plunder C is to steal D is to criticize ਹੁਣ to make a pile ਦਾ exact ਮਤਲਬ ਹੁੰਦਾ ਹੈ ਬਹੁਤ ਸਾਰਾ ਪੈਸਾ ਕਮਾਣਾ ਯਾਨੀ to make a fortune so option A ਕੀ ਹੈ ਤੁਹਾਡਾ correct answer it is basically related to money so to make a pile ਦਾ ਮਤਲਬ ਹੁੰਦਾ ਹੈ to make a fortune question number 5 again idiom है ਉਹਦਾ meaning ਦੱਸਣਾ ਹੈ idiom is to nail one's colors to the mast to nail one's colors to the mast ਹੁਣ ਇਹਦਾ ਅਸੀਂ meaning ਦੱਸਣਾ ਹੈ ਇਹ ਹੈਗਾ to refuse to surrender to hail one's victory to celebrate an occasion to conquer others ਹੁਣ ਇਸ idiom ਦਾ ਮਤਲਬ ਹੁੰਦਾ ਹੈ surrender ਕਰਨ ਤੋਂ refuse ਕਰ ਦੇਣਾ answer A is your right option यानी सरेंडर करन तो रिफ्यूज कर देना सो कभी भी अगर टू नेल वंस कलर्स टू द मास्ट आ जाए तो ओदा जिहड़ा आंसर रहेगा वो की बनेगा सरेंडर करन तो मना करना टू रिफ्यूज टू सरेंडर 6 टू कट समवन डेड हुण एक ईडियम है ਇਹਦਾ एक्चुअल मतलब ਹੁੰਦਾ ਹੈ ਜਦੋਂ ਤੁਸੀਂ ਕੋਈ ਗੱਲ ਕਰ ਰਹੇ ਹੋ ਤਾਂ ਨੈਕਸਟ ਪਰਸਨ ਨੂੰ ਤੁਸੀਂ ਕੀ ਹੋ ਉਹਨੂੰ ਇਗਨੋਰ ਕਰੋ ਬੇਸਿਕਲੀ ਇਗਨੋਰ ਕਰਨਾ सो क्योंकि हुण मैं तुहानूं इहदा मीनिंग दस्सिया तां इहदा सही आंसर तुहानूं पता लग गया होना इट इज ए टू इंसल्ट समवन डेलीबरेटली बाय इग्नोरिंग मतलब जानबूझ के पता होने दे बावजूद तुसीं अगले नूं इग्नोर करना अगले दी इंसल्ट करनी किवें ओनूं इग्नोर करके सो टू कट समवन डेड दा मतलब रहेगा टू इंसल्ट समवन डेलीबरेटली बाय इग्नोरिंग ऑप्शन ए इज योर करेक्ट आंसर ਇਹਦੇ ਵਿੱਚ ਕੀ ਹੈ choose the correct sentence out of the 4 choices given in each question ਹੁਣ ਤੁਹਾਨੂੰ 4 choices given ਨੇ ਅਸੀਂ ਇਹਦੇ ਵਿੱਚ correct sentence ਲੱਭਣਾ ਹੈ here comes the bus here comes here the bus comes so ਹੁਣ एक phrase ਵਾਂਗੂ ਇੱਕ sentence ਹੈ ਇਹਦਾ actual ਵਿੱਚ correct ਹੈਗਾ answer A here comes the bus So option A is your correct answer. Here comes the bus. 8. Choose the correct sentence out of the 4 choices given in each question. ਇਹਦੇ ਵਿੱਚ ਵੀ ਅਸੀਂ sentence choose ਕਰਨਾ ਹੈ This is boy that I told you of. This is the boy that I told you of. This is a boy which I told you of. This is the boy which I told you of. ਹੁਣ ਸਪੈਸੀਫਿਕਲੀ ਇੱਕ ਚੀਜ਼ ਧਿਆਨ ਦੇਣ ਦੀ ਗੱਲ ਹੈ ਇਹਦੇ ਚ ਬॉय ਦੀ ਗੱਲ ਹੋ ਰਹੀ ਹੈ ਉਹਦੇ ਨਾਲ ਉਹਨੇ this ਯੂਜ਼ ਕੀਤਾ ਹੈ ਯਾਨੀ ਸਪੈਸੀਫਿਕਲੀ ਉਹ ਪੁਆਇੰਟ ਆਊਟ ਕਰਕੇ ਦੱਸ ਰਿਹਾ ਹੈ ਵੀ ਆਹ ਮੁੰਡਾ ਹੈ ਜਿਹੜੀ ਮੈਂ ਤੈਨੂੰ ਗੱਲ ਦੱਸੀ ਸੀਗੀ ਹੁਣ ਕਿਉਂਕਿ ਉਹ ਇਸ ਬॉय ਨੂੰ ਕੀ ਕਰ ਰਿਹਾ ਸਪੈਸੀਫਾਈਡ ਕਰ ਰਿਹਾ ਤਾਂ ਉਹਦੇ ਵਾਸਤੇ ਅਸੀਂ ਕੀ ਯੂਜ਼ ਕਰਾਂਗੇ ਡੈਫੀਨਿਟ ਆਰਟੀਕਲ ਉਹ ਕੀ ਹੋਇਆ ਤੁਹਾਡਾ the ਸੋ ਬॉय ਦੇ ਅੱਗੇ the ਲੱਗਿਆ ਹੈ ਸਾਡੇ ਕਿਹੜੇ ਆਪਸ਼ਨ ਚ ਲੱਗਿਆ the ਆਪਸ਼ਨ ਨੰਬਰ B this is the boy that I told you of ਹੁਣ ਜਿਹੜਾ that ਹੈ this ਹੋ ਗਿਆ that ਹੋ ਗਿਆ
ਇਹ ਕੀ ਕਰਦੇ ਨੇ, ਇਹ पॉइंट आउट करके दसते ने, पॉइंट आउट करके दसना, यानी पॉइंट आउट करके दसना मतलब डेमोनस्ट्रेट करना, डेमोनस्ट्रेटिव, इन्होंने असीं डेमोनस्ट्रेटिव कह दिंदे आ, डेमोनस्ट्रेट करके दसना। दिस इज द बॉय दैट आई टोल्ड यू ऑफ, डेमोनस्ट्रेटिव प्रोनाउंस हुंदे ने ये। सो तुहाडा जिहड़ा करैक्ट आंसर रहेगा वो रहेगा ऑप्शन बी, दिस इज द बॉय। ये ओ वाला मुंडा है जिहदी मैं गल कर रही सी, दैट आई टोल्ड यू ऑफ। 9 ਦੇ ਵਿੱਚ again 4 sentences, we'll choose the correct one. My uncle asked my brother and I for dinner. Mine uncle asked brother and I for dinner. My uncle asked I and mine brother for dinner. My uncle asked my brother and me for dinner. ਹੁਣ ਇਹਦੇ ਵਿੱਚ ਜਿਹੜਾ ਤੁਹਾਡਾ main subject ਹੈ ਉਹ ਕੀ ਹੈ, my uncle। uncle ਤੁਹਾਡਾ ਕੀ ਹੈ, main subject। ਹੁਣ subject ਤਾਂ clear out ਹੋ ਗਿਆ, ਹੁਣ my brother and me, ਹੁਣ मेरे ब्रदर ते मेरी गल कर रहे हैं, तो क्योंकि अंकल मेरा सब्जेक्ट है तो मी की होएगा ऑब्जेक्ट, मेरा ब्रदर ते मैं की होवांगे, असी ऑब्जेक्ट्स होवांगे। सो करैक्ट आंसर की रहेगा तुहाडा डी, माई अंकल आस्क्ड माई ब्रदर एंड मी फॉर डिनर। हुण इहदे विच माइन हुंदा पोजैसिव दे विच ते आई हुंदा है सबजैक्टिव केस दे विच, ये की हो जाएगा बिल्कुल गलत, बिकॉज तुहाडा सब्जेक्ट ऑलरेडी इधर डिसाइडेड है, वो हैगा माई अंकल, तो अपने आप लई या उस तो इलावा तुसी यूज करोगे ऑब्जेक्टिव केस, सो वो की रहेगा तुहाडा मी। सो करेक्ट आंसर तुहाडा की है डी, माई अंकल आस्क्ड माई ब्रदर एंड मी फॉर डिनर। नेक्स्ट हैगा चूज द करेक्ट सेंटेंस आउट ऑफ द 4 चॉइसेस इन, अगेन सेंटेंस चूज करना है। It is an ill wind that blows nobody good. This is ill which will blow nobody good. This has been ill wind who blows nobody good. This is an illness of a wind that blows nobody good. Basically एक phrase है और ਉਹਦਾ correct sentence हैगा ਜਿਹੜਾ ਇਹਦੇ ਵਿੱਚ हैगा A. It is an ill wind that blows nobody good. ਹੁਣ ਇਹਦਾ ਐਕਚੁਅਲ ਵਿੱਚ ਮਤਲਬ ਕੀ ਹੈ ਇਸ ਦਾ, ਇਹ ਤੁਹਾਡਾ ਰਾਈਟ ਆਨਸਰ ਹੈ। ਇਹਦਾ ਮਤਲਬ ਹੁੰਦਾ ਹੈ ਕਿ ਕੁਝ ਚੀਜ਼ਾਂ ਇੰਨੀ ਕੁ ਬੈਡ ਹੁੰਦੀਆਂ ਨੇ, ਇੰਨੀ ਕੁ ਜ਼ਿਆਦਾ ਖਰਾਬ ਹੁੰਦੀਆਂ ਨੇ ਕਿ ਉਹ ਕਿਸੇ ਨੂੰ ਪ੍ਰੋਫਿਟ ਨਹੀਂ ਕਰਦੀਆਂ, ਉਹਦਾ ਪ੍ਰੋਫਿਟ ਕਿਸੇ ਨੂੰ ਵੀ ਨਹੀਂ ਹੁੰਦਾ, ਯਾਨੀ ਬਲੋਜ਼ ਨੋਬਡੀ ਗੁੱਡ ਮਤਲਬ ਹੈਗਾ no one is profited, ਠੀਕ ਹੈ। few things are so bad, it is an ill wind, ill wind ਦਾ ਮਤਲਬ ਹੋਏਗਾ few things are bad, so answer is E. Next we have question number 11 ਦੇ ਵਿੱਚ same ਚੀਜ਼ ਹੈ, correct option choose ਕਰਾਂਗੇ। the presents are for yours and mine, the presents are for me and yours, the presents are for you and me, the presents are for you and I। ਹੁਣ ਇਹਦੇ ਵਿੱਚ ਤੁਹਾਡਾ correct answer ਰਹੇਗਾ C, the presents are for you and me, which is our objective case। objective case क्यों है, क्योंकि इधर तुहाडे को subject already given है and subject हैगा तुहाडा presents, gifts, तोहफे। presents given है तो इस तो इलावा तुसी choose करोगे अपना objects, object तुहाडे आ दो pronouns ने, सो ये की आएंगे objective case दे विच। yours and mine basically तुहाडा की show करदा है possession, हुण पर इहदे विच कोई possession दी गल नहीं हो रही है, ਇਹਦੇ ਵਿੱਚ me and yours ਦੋ different pronouns use ਕਰ ਲਏ। similarly you ਤੇ I subjective, so answer ਤੁਹਾਡਾ ਕੀ ਰਹੇਗਾ C, the presents are for you and me। ਹੁਣ question 12 ਦੇ ਵਿੱਚ ਕੀ ਹੈ, preposition fill करना है। question 12 ਦੇ ਵਿੱਚ gap ਦੇ ਵਿੱਚ India has always been amenable dash peace। ਹੁਣ preposition fill ਕਰਨ ਤੋਂ ਪਹਿਲਾਂ ਅਸੀਂ amenable ਦਾ ਮਤਲਬ ਸਮਝੀਏ। amenable ਦਾ ਮਤਲਬ ਇਹ ਹੁੰਦਾ ਹੈ ਕੋਈ ਵੀ ਐਸੀ ਚੀਜ਼ ਜਿਹੜੀ ਓਪਨ ਤੇ ਰਿਸਪੌਂਸਿਵ ਹੋਵੇ ਫॉर ਸਜੈਸ਼ਨਸ, ਠੀਕ ਹੈ, ਜਿਸ ਨੂੰ ਆਪਾਂ ਕੰਟਰੋਲ ਕਰ ਸਕਦੇ ਹਾਂ, ਉਹਨੂੰ ਸਜੈਸ਼ਨਸ ਦੇ ਸਕਦੇ ਹਾਂ ਓਪਨਲੀ। ਸੋ amenable ਇੱਕ ਐਸਾ ਵਰਡ ਹੈ ਜਿਹਦੇ ਨਾਲ ਸਪੈਸੀਫਿਕਲੀ ਇੱਕੋ ਹੀ preposition ਚੱਲਦਾ ਹੈ ਔਰ ਉਹ preposition ਹੈਗਾ to। ਸੋ amenable ਆ ਜਾਵੇ ਤਾਂ ਉਹਦੇ ਨਾਲ ਅਸੀਂ preposition ਕਿਹੜਾ ਯੂਜ਼ ਕਰਾਂਗੇ to। ਸੋ ਆਪਸ਼ਨ B ਇਜ਼ योर ਕਰੈਕਟ ਆਨਸਰ। Next is again
Out of 4 given options, choose the correct preposition to be filled into the gaps. ਹੁਣ options ਨੇ ਅਸੀਂ ਇਹਦੇ ਵਿੱਚ preposition fill ਕਰਨੀਆਂ ਨੇ. Ramesh's house is adjacent dash my school. Adjacent ਹੋਣਾ. ਹੁਣ ਰਮੇਸ਼ ਦਾ ਜਿਹੜਾ house ਹੈ ਉਹ adjacent ਹੈ dash my school. School ਦੇ ਨਾਲ ਹੈ. ਹੁਣ ਇਹਦੇ ਵਿੱਚ ਜਿਹੜਾ ਤੁਹਾਡਾ correct answer ਰਹੇਗਾ ਉਹ ਹੈਗਾ option B. To adjacent to my school. ਹੁਣ word adjacent ਨਾਲ ਵੀ ਅਸੀਂ preposition to use ਕਰਦੇ ਹਾਂ. So to ਕੀ ਹੈ ਤੁਹਾਡਾ correct answer. ਹੁਣ ਰਮੇਸ਼ ਦਾ ਘਰ adjacent ਹੈ to my school. Option B is your right answer. 14. He seems to be very dash life. ਹੁਣ ਇਹਦੇ ਵਿੱਚ preposition fill ਕਰਨ ਤੋਂ ਪਹਿਲਾਂ ਅਸੀਂ weary ਦਾ ਮਤਲਬ ਸਮਝੀਏ ਕੀ ਹੁੰਦਾ ਹੈ. weary ਦਾ ਮਤਲਬ ਹੁੰਦਾ ਹੈ extremely tired. बहुत ज़्यादा थकिया होना. extremely tired, बहुत ज़्यादा थकिया होना. So weary वास्ते असी specifically एक preposition use करते हैं वो हैगी है preposition of. weary of life मतलब he seems to be weary of life दा मतलब होया वो अपनी life तो बहुत ज़्यादा exhaust हो चुका है, थक चुका है. So weary नाल तुसी की use करोगे of and तोड़ा 14 दा जिहड़ा correct answer रहेगा वो रहेगा option A of. There is no early respite dash heavy rains. ਹੁਣ ਇਹਦੇ ਵਿੱਚ again preposition fill ਕਰਨ ਤੋਂ ਪਹਿਲਾਂ ਅਸੀਂ respite ਦਾ ਮਤਲਬ ਸਮਝੀਏ. respite ਦਾ ਮਤਲਬ ਹੁੰਦਾ ਹੈ ਬਹੁਤ short period ਦਾ ਕੋਈ ਵੀ relief ਮਿਲਣਾ, ਸ਼ਾਂਤੀ ਮਿਲਣੀ ਕਿਸੇ ਵੀ unpleasant situation ਤੋਂ. ਹੁਣ ਉਹ ਕਹਿ ਰਿਹਾ ਕਿ ਬਹੁਤ ਸਾਰੀ heavy rains ਹੋ ਰਹੀਆਂ ਨੇ ਤੇ 1% ਵੀ ਕੋਈ relief ਨਹੀਂ ਉਹਨਾਂ ਨੂੰ ਮਿਲ ਰਿਹਾ. ਸੋ ਇਹਦੇ ਵਾਸਤੇ respite ਨਾਲ ਅਸੀਂ use ਕਰਾਂਗੇ. ਹੁਣ ਉਹਨਾਂ ਨੂੰ रेन्स तो रिलीफ चाहिए, हैवी रेन्स तो रिलीफ चाहिए. सो उस तो वास्ते जिहड़ा करैक्ट प्रैपोजिशन हुंदा है वो हुंदा है फ्रॉम. सो इत्थे असीं यूज करांगे फ्रॉम. देयर इज नो अर्ली रिस्पाइट फ्रॉम हैवी रेन्स. फ्रॉम विल बी योर राइट आंसर. 16 ਦੇ ਵਿੱਚ ਕੀ ਹੈ ਤੁਹਾਨੂੰ 4 ਆਪਸ਼ਨਸ ਦਿੱਤੀਆਂ ਹੋਈਆਂ ਨੇ ਤੇ ਐਕਸਪ੍ਰੈਸ਼ਨ ਦਿੱਤਾ ਹੈ ਤਾਂ ਹੁਣ ਤੁਸੀਂ 4 ਆਪਸ਼ਨਸ ਵਿੱਚੋਂ ਐਕਸਪ੍ਰੈਸ਼ਨ ਦਾ मीनिंग ਦੱਸਣਾ ਹੈ. ਬੇਸਿਕਲੀ ਈਡੀਅਮ ਹੈ ਉਹਦਾ ਅਸੀਂ मीनिंग ਦੱਸਾਂਗੇ. not to mince matters यानी not to mince matters ਕਿਸੇ ਵੀ ਮੈਟਰ ਬਾਰੇ ਨਾ ਬੋਲਣਾ. ਇਹਦਾ ਹੁਣ ਸਿੱਧਾ ਮਤਲਬ ਕੀ ਹੋਏਗਾ to speak unreservedly. To speak unreservedly. Reserve ਤਾਂ ਹੁੰਦਾ ਕਿ ਜਿਹੜਾ person ਨਹੀਂ ਬੋਲਦਾ और unreservedly ਹੋਏਗਾ ਜਿਹੜਾ ਬੋਲੇਗਾ. So to speak unreservedly is your correct answer. Option A is your correct answer. Not to mince matters. 17. To rest on one's oars. To rest on one's oars. ਇਹਦਾ ਮਤਲਬ ਹੁੰਦਾ ਹੈ ਸਿੱਧਾ ਸਾਦਾ ਰੈਸਟ ਕਰਨਾ ਯਾਨੀ ਸਟਾਪਿੰਗ ਵਰਕ ਫॉर ਅ ਟਾਈਮ ਐਂਡ ਹੈਵਿੰਗ ਅ ਰੈਸਟ. ਹੁਣ ਕਦੀ ਵੀ ਤੁਹਾਨੂੰ ਪੇਪਰ ਦੇ ਵਿੱਚ ਟੂ ਰੈਸਟ ਔਨ ਵਨਸ ਓਰਸ ਆ ਜੇ ਤਾਂ ਇਹਦੇ ਵਿੱਚੋਂ ਤੁਸੀਂ ਆਪਣਾ ਹਿਡਨ ਵਰਡ ਦੇਖ ਲੈਣਾ ਹੈ, ਹਿਡਨ मीनिंग ਦੇਖ ਲੈਣਾ, ਉਹ ਹੈਗਾ ਰੈਸਟ. ਸਮਝੋ ਰੈਸਟ ਦੀ ਗੱਲ ਹੋ ਰਹੀ ਹੈ. ਸੋ ਇੱਕ ਟ੍ਰਿਕ ਹੈ ਟੂ ਰੈਸਟ ਔਨ ਵਨਸ ਓਰ ਮੀਨਸ ਰੈਸਟ, हैविंग रेस्ट. सो ऑप्शन ए इज योर करेक्ट आंसर. स्टॉपिंग वर्क फॉर अ टाइम, कुछ टाइम ਲਈ ਕੰਮ ਬੰਦ ਕਰਨਾ ਤੇ ਰੈਸਟ ਲੈਣਾ. 8 ਦੇ ਵਿੱਚ ਕੀ ਕਰਨਾ ਹੈ ਅਗੇਨ ਈਡੀਅਮ ਹੈ, मीनिंग ਦੱਸਾਂਗੇ ਉਹਦਾ. टू let the grass grow under his feet. ਹੁਣ ਇਸ ਈਡੀਅਮ ਦਾ ਇਸ ਮੁਹਾਵਰੇ ਦਾ ਮਤਲਬ ਹੁੰਦਾ ਹੈ ਵਿਹਲਾ ਬਹਿਣਾ ਯਾਨੀ to remain idle. To remain idle. Idle ਦਾ ਮਤਲਬ ਹੁੰਦਾ ਹੈ खाली बहना without any work, free. So ਜਦੋਂ ਵੀ ਕਦੀ ਇਹ idiom ਆ ਜਾਏ to let the grass grow under his feet ਉਹਦਾ ਮਤਲਬ ਹੋਏਗਾ to remain idle. 19 ਦੇ ਵਿੱਚ ਹੈਗਾ to nail ones to the mast. ਇਹ ਆਪਾਂ already ਪਿੱਛੇ ਕਰਕੇ ਆਏ ਆ so I guess repeat ਹੋ ਗਿਆ. so ਇਹਦਾ ਆਨਸਰ ਰਹੇਗਾ to refuse to surrender यानी surrender ਕਰਨ ਤੋਂ refuse ਕਰ ਦੇਣਾ. So answer A is your correct answer. To cut someone dead ਆਪਾਂ ਇਹ ਵੀ similar again repetition ਦੇ ਵਿੱਚ ਹੈਗਾ ਤੇ ਇਹ similar ਆਪਾਂ ਕੀਤਾ ਹੁਣੀ ਥੋੜੀ ਦੇਰ ਪਹਿਲਾਂ. To cut someone dead ਮਤਲਬ ਕਿਸੇ ਨੂੰ deliberately intentionally ignore ਕਰਨਾ ਉਹ basically ਉਹਦੀ insult ਹੀ ਹੋਈ. So deliberate ਦਾ ਇੱਥੇ ਮਤਲਬ ਹੁੰਦਾ intentionally, ਜਾਣਬੁੱਝ ਕੇ ਉਹਨੂੰ insult ਕਰਨਾ ਕਿਵੇਂ ਉਹਨੂੰ ignore ਕਰਕੇ. So A is your correct answer.
So we are done with 20 questions for the previous year question paper. And अगर तुसी कोई भी तरह की तैयारी करना चाहते हो तो तुसी करियर एज इंस्टीट्यूट विच कॉल करके पूछ सकते हो एंड इंस्टीट्यूट भी विजिट कर सकते हो तुहानू हर तरह की सर्विस प्रोवाइड की जाएगी एंड बुक्स बाय कर सकते हो टेस्ट सीरीज यू कैन ऑल्सो ऑप्ट फॉर ऑनलाइन एंड ऑफलाइन क्लासेस एज वेल एंड वी ऑल्सो प्रोवाइड फॉर 3 days डेमो क्लासेस सो डू वेक अप एंड हरी अप. So we are done with today's questions and they were like 20 questions and hope you guys enjoyed today's session. So we'll meet next time with different topic.